ਸਤਿ ਸ਼੍ਰੀ ਅਕਾਲ। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਹਾਸ਼ਮ ਸ਼ਾਹ ਦੁਆਰਾ ਰਚਿਤ ਕਿੱਸਾ ਸੱਸੀ ਪੁੰਨੂ ਦੇ ਭਾਗ 5 ਦੀ ਵਿਆਖਿਆ ਕਰਨ ਜਾ ਰਹੇ ਹਾਂ। ਪਿਛਲੀ ਕਲਾਸ ਦੇ ਵਿੱਚ ਅਸੀਂ ਭਾਗ 4 ਜੋ ਕੀਤਾ ਸੀ ਉਸ ਦੇ ਵਿੱਚ ਅਸੀਂ ਚਰਚਾ ਕੀਤੀ ਸੀ ਕਿ ਕਿਸ ਤਰ੍ਹਾਂ ਪੁੰਨੂ ਦੇ ਭਰਾ ਜਦ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਪੁੰਨੂ ਨੇ ਵਪਾਰੀਆਂ ਦੇ ਨਾਲ ਕੇਚਮ ਸ਼ਹਿਰ ਪਰਤਣ ਤੋਂ ਇਨਕਾਰ ਕਰ ਦਿੱਤਾ ਹੈ ਤਾਂ ਉਹ ਪੁੰਨੂ ਨੂੰ ਵਾਪਸ ਲਿਆਉਣ ਦੇ ਲਈ ਜੋ ਸਕੀਮ ਕਰਦੇ ਹਨ ਅਤੇ ਉਸ ਸਕੀਮ ਅਧੀਨ ਉਹ ਭੰਬੌਰ ਸ਼ਹਿਰ ਪੁੱਜ ਜਾਂਦੇ ਹਨ। ਇਹ ਚਰਚਾ ਅਸੀਂ ਭਾਗ 4 ਦੇ ਵਿੱਚ ਕੀਤੀ ਸੀ, ਜਿਸ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਐਡ ਕਰ ਦਿੱਤਾ ਗਿਆ ਹੈ। ਪਿਛਲੀ ਜੋ ਲਿੰਕ ਜੋੜਨ ਦੇ ਲਈ ਤੁਸੀਂ ਉਹ ਵੀਡੀਓ ਵੀ ਸੁਣ ਸਕਦੇ ਹੋ। ਅਤੇ ਜਦੋਂ ਉਹ ਸ਼ਹਿਰ ਭੰਬੌਰ ਪੁੱਜ ਜਾਂਦੇ ਹਨ ਤਾਂ ਪੁੰਨੂ ਦੇ ਕੋਲ ਆ ਕੇ ਕੀ ਗੱਲਬਾਤ ਕਰਦੇ ਹਨ ਉਸ ਬਾਰੇ ਕਵੀ ਨੇ ਲਿਖਿਆ ਹੈ ਕਿ ਰਾਤ ਪਈ ਬਹਿ ਪਾਸ ਪੁੰਨੂ ਦੇ ਜੀਭ ਮਿੱਠੀ ਦਿਲ ਕਾਲੇ। ਜਦੋਂ ਰਾਤ ਹੋ ਜਾਂਦੀ ਹੈ ਤਾਂ ਪੁੰਨੂ ਦੇ ਕੋਲ ਬੈਠ ਕੇ ਉਸਦੇ ਭਰਾ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਹਨ। ਦਿਲ ਕਾਲੇ ਭਾਵ ਉਹਨਾਂ ਦੇ ਦਿਲ ਦੇ ਵਿੱਚ ਬੇਈਮਾਨੀ ਹੈ, ਧੋਖਾ ਹੈ। ਹੋਤ ਪੁੰਨੂ ਨੂੰ ਮੌਤ ਸੱਸੀ ਦੇ ਭਰ ਭਰ ਦੇਣ ਪਿਆਲੇ, ਅਤੇ ਉਹ ਪੁੰਨੂ ਨੂੰ ਜੋ ਹੈ ਸ਼ਰਾਬ ਦੇ ਪਿਆਲੇ ਭਰ ਭਰ ਕੇ ਪਿਲਾ ਰਹੇ ਹਨ। ਉਹ ਅਸਲ ਦੇ ਵਿੱਚ ਕਵੀ ਕਹਿ ਰਿਹਾ ਕਿ ਉਹ ਸ਼ਰਾਬ ਦੇ ਪਿਆਲੇ ਨਹੀਂ ਹਨ, ਮਹਿਜ਼ ਉਹ ਸ਼ਰਾਬ ਦੇ ਪਿਆਲੇ ਨਹੀਂ ਹਨ, ਸਗੋਂ ਉਹ ਸੱਸੀ ਦੀ ਮੌਤ ਦਾ ਜੋ ਮਸੌਦਾ ਤਿਆਰ ਕਰ ਰਹੇ ਹਨ। ਉਹ ਕੀ ਦਰਦ ਦਿਲਾਂ ਦਾ ਜਾਣਨ ਊਠ ਚਰਾਵਣ ਵਾਲੇ। ਫਿਰ ਕਵੀ ਨੇ ਬੜਾ ਗਹਿਰਾ ਵਿਅੰਗ ਕੀਤਾ ਹੈ ਕਿ ਉਹ ਊਠ ਚਰਾਉਣ ਵਾਲੇ ਲੋਕ ਹਨ, ਭਾਵ ਜੋ ਉਹਨਾਂ ਦੇ ਦਿਲਾਂ ਦੇ ਵਿੱਚ ਜੋ ਮਨੀ ਮਾਈਂਡਡ ਹਨ, ਭਾਵ ਪੈਸੇ ਦੇ ਪੁਜਾਰੀ ਲੋਕ ਹਨ। ਉਹ ਸਿਰਫ ਪੈਸਾ ਕਮਾਉਣਾ ਜਾਣਦੇ ਹਨ, ਪ੍ਰੇਮ ਕਮਾਉਣਾ ਨਹੀਂ ਜਾਣਦੇ। ਉਹਨਾਂ ਨੂੰ ਕੀ ਪਤਾ ਕਿ ਪਿਆਰ ਜੋ ਹੈ ਕੀ ਚੀਜ਼ ਹੈ, ਜਾਂ ਪਿਆਰ ਦੇ ਵਿੱਚ ਵਿਛੋੜੇ ਦਾ ਜੋ ਦਰਦ ਹੈ ਉਹ ਕਿਸ ਤਰ੍ਹਾਂ ਦਾ ਹੁੰਦਾ ਹੈ। ਹਾਸ਼ਮ ਦੋਸ਼ ਨਹੀਂ ਕਰਵਾਨਾ ਇਸ਼ਕ ਘਣੇ ਕਰ ਗਾਲੇ। ਪਰ ਫਿਰ ਹਾਸ਼ਮ ਸ਼ਾਹ ਕਹਿ ਰਿਹਾ ਕਿ ਇਸ ਦੇ ਵਿੱਚ ਉਹਨਾਂ ਕਰਵਾਨਾ ਵਪਾਰੀਆਂ ਦਾ ਵੀ ਕੋਈ ਦੋਸ਼ ਨਹੀਂ ਹੈ, ਕੋਈ ਕਸੂਰ ਨਹੀਂ ਹੈ, ਕਿਉਂਕਿ ਇਸ਼ਕ ਜੋ ਹੈ ਹੀ ਅਜਿਹਾ ਕਿ ਜਿਸ ਹਿਰਦੇ ਦੇ ਵਿੱਚ ਪੈਦਾ ਹੁੰਦਾ ਹੈ ਉਸ ਹਿਰਦੇ ਨੂੰ ਦਾ ਜੋ ਹੈ ਫਨਾਹ ਕਰ ਦਿੰਦਾ ਹੈ, ਵਨਾਹ ਕਰ ਦਿੰਦਾ ਹੈ। ਭਾਵ ਉਹ ਇੱਕ ਮਨੁੱਖ ਨੂੰ ਹੀ ਨਸ਼ਟ ਨਹੀਂ ਕਰਦਾ, ਸਗੋਂ ਕਈ ਪਰਿਵਾਰਾਂ ਨੂੰ ਵੀ ਉਹ ਗਾਲ ਦਿੰਦਾ ਹੈ, ਉਹਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਦਿੰਦਾ ਹੈ। ਮਸਤ ਬੇਹੋਸ਼ ਹੋਇਆ ਸ਼ਹਿਜ਼ਾਦਾ ਰਿਹਾ ਸਵਾਲ ਜਵਾਬੋਂ। ਫਿਰ ਕਵੀ ਕਹਿ ਰਿਹਾ ਹੈ ਕਿ ਜਦੋਂ ਸ਼ਰਾਬ ਦੇ ਨਸ਼ੇ ਕਾਰਨ ਪੁੰਨੂ ਜੋ ਹੈ ਉਹ ਮਸਤ ਹੋ ਕੇ ਬੇਹੋਸ਼ੀ ਦੇ ਆਲਮ ਵਿੱਚ ਚਲਾ ਜਾਂਦਾ ਹੈ। ਇੱਥੋਂ ਤੱਕ ਕਿ ਗੱਲਕੱਥ ਕਰਨ ਦੀ ਉਸ ਦੇ ਵਿੱਚ ਸਮਰੱਥਾ ਨਹੀਂ ਰਹਿ ਜਾਂਦੀ। ਇੱਕ ਨੀਂਦਰ ਗੱਲ ਬਾਂਹ ਸੱਸੀ ਦੀ, ਦੂਜਾ ਮਸਤ ਸ਼ਰਾਬੋਂ। ਇੱਕ ਤਾਂ ਉਸਨੂੰ ਨੀਂਦ ਨੇ ਸਤਾਇਆ ਹੋਇਆ ਹੈ, ਦੂਸਰਾ ਜੋ ਹੈ ਉਸਦੇ ਹਿਰਦੇ ਦੇ ਵਿੱਚ ਸੱਸੀ ਦੇ ਪ੍ਰੇਮ ਦੀ ਚਿੰਗਾਰੀ ਹੈ, ਅਤੇ ਤੀਜਾ ਮਸਤ ਸ਼ਰਾਬੋਂ, ਦੂਜਾ ਜੋ ਹੈ ਉਸਨੂੰ ਸ਼ਰਾਬ ਦੇ ਨਸ਼ੇ ਨੇ ਬੇਹੋਸ਼ੀ ਦੇ ਸਥਿਤੀ ਵਿੱਚ ਪਹੁੰਚਾ ਦਿੱਤਾ ਹੈ। ਆਸ਼ਿਕ ਹੋਣ ਅਤੇ ਸੁਖ ਸੋਵਣ ਇਹ ਗੱਲ ਦੂਰ ਹਿਸਾਬੋਂ। ਕਵੀ ਕਹਿ ਰਿਹਾ ਹੈ ਕਿ ਆਸ਼ਿਕ ਹੋਣਾ, ਇਸ਼ਕ ਦੇ ਰਾਹ 'ਤੇ ਚੱਲਣਾ, ਔਰ ਫਿਰ ਸੁੱਖ ਦੀ ਨੀਂਦ ਸੌਣਾ, ਇਹਨਾਂ ਦੋਹਾਂ ਗੱਲਾਂ ਦਾ ਆਪਸ ਦੇ ਵਿੱਚ ਕੋਈ ਮੇਲ ਨਹੀਂ ਹੈ, ਹਿਸਾਬ ਕਿਤਾਬ ਦੇ ਵਿੱਚ ਨਹੀਂ ਆਉਂਦੀਆਂ ਕਿ ਆਸ਼ਕੀ ਅਤੇ ਨੀਂਦ ਜੋ ਹੈ ਇਹਨਾਂ ਦੋਹਾਂ ਦਾ ਕੋਈ ਵੀ ਸੁਮੇਲ ਨਹੀਂ ਹੈ। ਹਾਸ਼ਮ ਜਿਨ ਕਿਨ ਰਾਹ ਇਸ਼ਕ ਦੇ ਕਾਸ ਗਵਾਇਆ ਖਾਬੋਂ। ਹਾਸ਼ਮ ਸ਼ਾਹ ਕਹਿ ਰਿਹਾ ਹੈ ਕਿ ਅਟੱਲ ਸੱਚਾਈ ਹੈ, ਇਸ਼ਕ ਦੀ ਰਾਹ 'ਤੇ ਚੱਲਣ ਵਾਲਾ ਜੋ ਮਨੁੱਖ ਹੈ ਇਸ ਦੁਨੀਆ ਉੱਤੇ, ਭਾਵੇਂ ਉਹ ਕੋਈ ਵੀ ਹੋਵੇ, ਜੇਕਰ ਉਸਨੇ ਆਪਣੇ ਜੋ ਹੈ ਮੰਜ਼ਿਲ ਨੂੰ ਹਾਸਿਲ ਨਹੀਂ ਕੀਤਾ ਜਾਂ ਨਹੀਂ ਕਰ ਸਕਿਆ, ਜਾਂ ਜੋ ਰੁਕਾਵਟਾਂ ਆਈਆਂ ਹਨ ਕਾਰਨ ਕਿਉਂਕਿ ਉਸਦੇ ਅਵੇਸਲੇਪਣ ਸਦਕਾ, ਉਸਦੀ ਅਣਗਹਿਲੀ ਸਦਕਾ, ਕਿਉਂਕਿ ਜਿਸ ਨੇ ਇਸ਼ਕ ਦੇ ਨਾਲ ਨਾਲ ਜੋ ਹੈ ਨੀਂਦ ਨੂੰ ਪਿਆਰ ਕੀਤਾ ਹੈ, ਉਹਨਾਂ ਨੇ ਆਪਣਾ ਜੋ ਬਣਦਾ ਕੰਮ ਜਿਹੜਾ ਹੈ ਆਪਣੇ ਹੱਥੋਂ ਗਵਾ ਲਿਆ ਹੈ। ਨਿਸਬੋਂ ਰਾਤ ਗਈ ਕਰਵਾਨਾ ਕਰਹਾਂ ਤੰਗ ਕਸਾਏ। ਨਿਸਬੋਂ ਭਾਵ ਅੱਧੀ ਰਾਤ ਜਦੋਂ ਬੀਤ ਜਾਂਦੀ ਹੈ ਅਤੇ ਉਹਨਾਂ ਵਪਾਰੀਆਂ ਭਾਵ ਪੁੰਨੂ ਦੇ ਭਰਾਵਾਂ ਨੇ ਕਰਹਾਂ ਤੰਗ ਕਸਾਏ, ਭਾਵ ਆਪਣੇ ਜੋ ਕਾਫਲਿਆ ਲੈ ਕੇ ਆਏ ਸਨ ਜੋ ਊਠਾਂ ਦਾ, ਉਹਨਾਂ ਦੀਆਂ ਕਾਠੀਆਂ ਕੱਸ ਲਈਆਂ। ਮਹਿਮਲ ਪਾਏ ਬੇਹੋਸ਼ ਪੁੰਨੂ ਨੂੰ ਸ਼ਹਿਰ ਭੰਬੋਰੋਂ ਧਾਏ, ਅਤੇ ਪਾਲਕੀ ਦੇ ਵਿੱਚ ਬੇਹੋਸ਼ ਪੁੰਨੂ ਨੂੰ ਪਾ ਲੈਂਦੇ ਹਨ ਅਤੇ ਸ਼ਹਿਰ ਭੰਬੋਰ ਦੇ ਵਿੱਚੋਂ ਹਨੇਰੇ ਦਾ ਆਸਰਾ ਲੈ ਕੇ ਉੱਥੋਂ ਧਾਈ ਕਰਕੇ, ਭਾਵ ਵਾਹੋ ਦਾਹੀ ਰਾਤ ਦੇ ਹਨੇਰੇ ਦੇ ਵਿੱਚ ਤੁਰ ਜਾਂਦੇ ਹਨ। ਕੰਡ ਬਲੋਚ ਬਿਤਰਸ ਕੁਕਰਮੀ ਯਾਰ ਵਿਛੋੜ ਲਿਆਏ। ਫਿਰ ਕਵੀ ਉਹ ਕਹਿ ਰਿਹਾ ਹੈ ਕਿ ਕੰਡ ਭਾਵ ਬੇਹੱਦ ਜੋ ਚਲਾਕੀਆਂ ਕਰਨ ਵਾਲੇ ਧੋਖੇਬਾਜ਼ ਇਨਸਾਨ ਸਨ। ਕੌਣ? ਪੁੰਨੂ ਦੇ ਭਰਾ ਬਲੋਚ। ਬੇਤਰਸ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਕੋਈ ਰਹਿਮ ਨਹੀਂ ਸੀ, ਕੋਈ ਦਰਦ ਨਹੀਂ ਸੀ, ਔਰ ਕੁਕਰਮੀ ਜੋ ਕਿ ਬੁਰੇ ਕੰਮ ਕਰਨ ਵਾਲੇ ਸਨ, ਕਿਉਂਕਿ ਪਿਆਰ ਦੇ ਰਾਹ ਦੇ ਉੱਤੇ
ਚੱਲਣ ਵਾਲੀਆਂ ਦੋ ਅਜੀਮ ਸ਼ਖਸੀਅਤਾਂ ਜੋ ਸਨ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਸੱਚੇ ਪ੍ਰੇਮ ਦੀ ਚਿਣਗ ਸੀ, ਉਹਨਾਂ ਨੂੰ ਵਿਛੋੜਨ ਦਾ ਕੰਮ ਜੋ ਕੀਤਾ ਸੀ, ਇਹ ਬਹੁਤ ਵੱਡਾ ਕੁਕਰਮ ਸੀ। ਯਾਰ ਵਿਛੋੜ ਲਿਆਏ, ਜੋ ਕਿ ਇੱਕ ਤਰ੍ਹਾਂ ਦੇ ਨਾਲ ਆਤਮਾ ਅਤੇ ਪਰਮਾਤਮਾ ਦਾ ਵਿਛੋੜਾ ਜਿਸ ਤਰ੍ਹਾਂ ਹੁੰਦਾ ਹੈ, ਉਸ ਤਰ੍ਹਾਂ ਦੀ ਸਥਿਤੀ ਜੋ ਸੀ ਸੱਸੀ ਅਤੇ ਪੁੰਨੂੰ ਦੀ ਉਹਨਾਂ ਕਰ ਦਿੱਤੀ ਸੀ। ਹਾਸ਼ਮ ਰੋਣ ਕਲਾਵਨ ਵਾਲੇ ਫਿਰ ਸੱਸੀ ਦਿਨ ਆਏ। ਹਾਸ਼ਮ ਸ਼ਾਹ ਕਹਿ ਰਿਹਾ ਹੈ ਕਿ ਇਸ ਤੋਂ ਬਾਅਦ ਜੋ ਹੈ ਸੱਸੀ ਦੀ ਜ਼ਿੰਦਗੀ ਦੇ ਵਿੱਚ ਦੁੱਖਾਂ ਦੇ ਪਹਾੜ ਟੁੱਟ ਪਏ। ਨਿਬੜੀ ਰਾਤ ਹੋਇਆ ਦਿਨ ਰੌਸ਼ਨ, ਆਣ ਚੜੀ ਚੁਹਕਾਨੀ। ਅਗਲੇ ਦਿਨ ਜਦੋਂ ਰਾਤ ਖਤਮ ਹੁੰਦੀ ਹੈ, ਦਿਨ ਦਾ ਚੜ੍ਹਾਅ ਹੁੰਦਾ ਹੈ, ਰੋਸ਼ਨੀ ਆਉਂਦੀ ਹੈ। ਆਣ ਚਿੜੀ ਚੁਹਕਾਨੀ ਭਾਵ ਪਹੁ ਫਟਾਲੇ ਦਾ ਵੇਲਾ ਹੁੰਦਾ ਹੈ। ਚਿੜੀਆਂ ਨੇ ਵੀ ਜੋ ਹੈ ਚੂਕਣਾ ਸ਼ੁਰੂ ਕਰ ਦਿੱਤਾ ਹੈ, ਜੋ ਪ੍ਰਭਾਤ ਦਾ ਸੂਚਕ ਹੈ। ਸੂਰਜ ਆਖ ਨਹੀਂ ਇਹ ਜਲਦੀ ਵੇਖ ਚਿਖਾ ਅਸਮਾਨੀ। ਕਵੀ ਕਹਿ ਰਿਹਾ ਕਿ ਉਸ ਦਿਨ ਦਾ ਜੋ ਸੂਰਜ ਸੀ ਜਦੋਂ ਚੜ੍ਹਿਆ ਅਗਲੇ ਦਿਨ ਦਾ, ਉਹ ਅਸਲ ਦੇ ਵਿੱਚ ਸੂਰਜ ਨਹੀਂ ਸੀ, ਇੱਕ ਤਰ੍ਹਾਂ ਦੇ ਨਾਲ ਅਸਮਾਨ ਦੇ ਵਿੱਚ ਜਲਦੀ ਹੋਈ ਸੱਸੀ ਦੀ ਚਿਖਾ ਦਾ ਪ੍ਰਤੀਕ ਸੀ। ਖਾਤਰ ਕਰਨ ਕਬਾਬ ਸੱਸੀ ਦੇ ਮਾਰ ਜੁਦਾਈ ਸਕਾਨੀ। ਕਵੀ ਕਹਿ ਰਿਹਾ ਕਿ ਉਸ ਦਿਨ ਦਾ ਸੂਰਜ ਅਸਲ ਦੇ ਵਿੱਚ ਚੜ੍ਹਿਆ ਸੀ ਕਿ ਸੱਸੀ ਨੂੰ ਜੁਦਾਈ ਦੇ ਭਾਵ ਵਿਛੋੜੇ ਦੇ ਤੀਰ ਮਾਰ ਕੇ ਭੁੰਨ ਕੇ ਕਬਾਬ ਕਰਨ ਦੇ ਲਈ ਉਸ ਦਿਨ ਦਾ ਆਗਾਜ਼ ਹੋਇਆ ਸੀ। ਹਾਸ਼ਮ ਆਣ ਬਣੇ ਜਿਸ ਜਾਣੇ ਕੀ ਗੱਲ ਕਰਨ ਜ਼ੁਬਾਨੀ। ਹਾਸ਼ਮ ਸ਼ਾਹ ਕਹਿ ਰਿਹਾ ਹੈ ਕਿ ਸੱਸੀ ਦੀ ਜੋ ਮਨੋਸਥਿਤੀ ਸੀ ਉਸ ਨੂੰ ਜੋ ਹੈ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਤਾਂ ਜਿਸ ਦਿਲ 'ਤੇ ਬਣਦੀ ਹੈ, ਜਿਸ 'ਤੇ ਭੀੜ ਮੁਸੀਬਤ ਪੈਂਦੀ ਹੈ, ਸਿਰਫ ਉਹੀ ਇਸ ਦਾ ਅਹਿਸਾਸ ਕਰਦਾ ਹੈ, ਇਸ ਨੂੰ ਸ਼ਬਦਾਂ ਦੇ ਵਿੱਚ ਨਹੀਂ ਬੰਨ੍ਹਿਆ ਜਾ ਸਕਦਾ। ਤੋੜ ਸ਼ਿੰਗਾਰ ਸੱਸੀ ਉੱਠ ਦੌੜੀ, ਖੋਲ ਲਿਟਾਂ ਘਰ ਬਾਹਰੋਂ। ਫਿਰ ਕਵੀ ਕਹਿ ਰਿਹਾ ਹੈ ਕਿ ਅਗਲੇ ਦਿਨ ਭਾਵ ਜਦੋਂ ਸੱਸੀ ਨੂੰ ਪਤਾ ਚੱਲਦਾ ਹੈ ਕਿ ਰਾਤ ਦੇ ਹਨੇਰੇ ਵਿੱਚ ਪੁੰਨੂੰ ਗਾਇਬ ਹੋ ਗਿਆ ਹੈ, ਅਤੇ ਉਹ ਆਪਣਾ ਹਾਰ ਸ਼ਿੰਗਾਰ ਤੋੜ ਕੇ ਵਾਲ ਜਿਹੜੇ ਸਨ ਲਿਟਾਂ ਭਾਵ ਜੋ ਉਸਦਾ ਸੁਹੱਪਣ ਦਾ ਪ੍ਰਤੀਕ ਸਨ, ਉਹ ਖੁੱਲ੍ਹ ਕੇ ਗਲ ਦੇ ਵਿੱਚ ਪੈ ਜਾਂਦੇ ਹਨ ਅਤੇ ਉਹ ਘਰੋਂ ਭੱਜ ਪੈਂਦੀ ਹੈ। ਚੜ੍ਹਿਆ ਆਣ ਕੀ ਰਾਹ ਸੱਸੀ ਨੂੰ ਜਿੰਦ ਜੂ ਤਾਂ ਪਰ ਵਾਰੋਂ। ਕਵੀ ਕਹਿ ਰਿਹਾ ਹੈ ਕਿ ਚੜ੍ਹਿਆ ਆਣ ਕੀ ਰੋ ਭਾਵ ਗੁੱਸਾ। ਸੱਸੀ ਇੰਨੇ ਗੁੱਸੇ ਦੇ ਵਿੱਚ ਹੈ, ਦਿਲ ਕਰ ਰਿਹਾ ਹੈ ਕਿ ਉਸਦਾ ਆਪਾ ਹੀ ਉਹ ਕੁਰਬਾਨ ਕਰ ਦੇਵੇ, ਆਪਣੇ ਆਪ ਦਾ ਵਨਾਹ ਕਰ ਲਵੇ। ਡਰਦੀ ਸਾਥ ਪੁੰਨੂੰ ਦਾ ਤੱਕਦੀ ਤੇਗ ਹਿਜ਼ਰ ਦੀ ਮਾਂ। ਫਿਰ ਕਵੀ ਕਹਿ ਰਿਹਾ ਹੈ ਕਿ ਡਰਦੀ ਸਾਥ ਪੁੰਨੂੰ ਦਾ ਤੱਕਦੀ ਭਾਵ ਕਿ ਉਹ ਡਰ ਰਹੀ ਹੈ ਕਿ ਕਿਸੇ ਹੀਲੇ ਉਸਨੂੰ ਪੁੰਨੂੰ ਜੋ ਹੈ ਲੱਭ ਜਾਵੇ, ਮਿਲ ਜਾਵੇ, ਪ੍ਰਾਪਤ ਹੋ ਜਾਵੇ, ਕਿਉਂਕਿ ਤੇਗ ਹਿਜ਼ਰ ਦੀ ਮਾਰੋਂ, ਕਿਉਂਕਿ ਉਸਨੂੰ ਹਿਜ਼ਰ ਭਾਵ ਵਿਛੋੜੇ ਦਾ ਦਰਦ ਜੋ ਹੈ ਸਹਾਰਨਾ ਬੜਾ ਮੁਹਾਲ ਲੱਗ ਰਿਹਾ ਹੈ। ਹਾਸ਼ਮ ਸਹਿਣ ਮੁਹਾਲ ਜੁਦਾਈ ਸਖਤ ਬੁਰੀ ਤਲਵਾਰੋਂ। ਕਿਉਂਕਿ ਹਾਸ਼ਮ ਸ਼ਾਹ ਕਹਿ ਰਿਹਾ ਕਿ ਸੱਸੀ ਵਿਛੋੜੇ ਤੋਂ ਕਿਉਂ ਡਰਦੀ ਹੈ, ਕਿਉਂਕਿ ਉਸਨੂੰ ਪਤਾ ਹੈ, ਕਵੀ ਕਹਿ ਰਿਹਾ ਹੈ ਕਿ ਜੁਦਾਈ ਦਾ ਜੋ ਦਰਦ ਹੈ ਸਹਿਣਾ ਬੜਾ ਮੁਹਾਲ ਹੈ, ਕਿਉਂਕਿ ਇਹ ਤਲਵਾਰ ਦੇ ਜ਼ਖਮ ਨਾਲੋਂ ਵੀ, ਤਲਵਾਰ ਦੀ ਧਾਰ ਨਾਲੋਂ ਵੀ ਤਿੱਖਾ ਹੈ। ਧੋਬਣ ਮਾਓ ਨਸੀਹਤ ਕਰਦੀ ਬੱਚਾ ਨਾ ਪਾਓ ਰਾਹੀਂ। ਫਿਰ ਕਵੀ ਕਹਿ ਰਿਹਾ ਹੈ ਕਿ ਸੱਸੀ ਦੀ ਮਾਂ ਜੋ ਹੈ ਧੋਬਣ ਉਸਨੂੰ ਸਮਝਾਉਂਦੀ ਹੈ, ਨਸੀਹਤ ਕਰਦੀ ਹੈ ਕਿ ਬੱਚਾ ਨਾ ਪਾਓ ਰਾਹੀਂ, ਕਿ ਤੂੰ ਇਹਨਾਂ ਰਾਹਾਂ 'ਤੇ ਨਾ ਚੱਲ। ਧੋਬਣ ਜਾਤ ਕਮੀਨੀ ਕਰਕੇ ਛੋੜ ਗਏ ਤੁਧ ਤਾਹੀਂ, ਕਿਉਂਕਿ ਤੂੰ ਧੋਬਣ ਜਾਤ ਦੇ ਨਾਲ ਸੰਬੰਧ ਰੱਖਦੀ ਹੈ, ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਤੇਰੀ ਜਾਤ ਜੋ ਹੈ ਉਹ ਛੋਟੀ ਹੈ, ਤੇਰੀ ਜਾਤ ਨੂੰ ਚਿਤਾਰ ਕੇ ਉਹ ਤੈਨੂੰ ਛੱਡ ਕੇ ਚਲੇ ਗਏ ਹਨ। ਭੱਜ ਫਿਰ ਪਿੱਛੇ ਉੱਠ ਦੌੜੇ ਲਾਜ ਅਜੇ ਤੁਧ ਨਾਹੀਂ। ਉਹ ਕਰੇ ਕਿ ਤੇਰੇ ਵਿੱਚ ਆਤਮ ਸਨਮਾਨ ਹੋਣਾ ਚਾਹੀਦਾ ਹੈ, ਤੂੰ ਬਾਰ ਉਸ ਦੇ ਪਿੱਛੇ ਭੱਜ ਰਹੀ ਹੈ, ਉਸ ਨੂੰ ਮਿਲਣ ਦੇ ਲਈ ਜੋ ਹੈ ਤਾਂਘ ਰਹੀ ਹੈ। ਤੈਨੂੰ ਕੁਝ ਸੰਕੋਚ ਹੋਣਾ ਚਾਹੀਦਾ ਹੈ ਕਿ ਉਹ ਤੈਨੂੰ ਜਾਣ ਬੁੱਝ ਕੇ ਛੱਡ ਕੇ ਚਲੇ ਗਏ ਹਨ। ਕਿਸ ਲਈ? ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਤੇਰੀ ਛੋਟੀ ਜਾਤ ਹੋਣ ਦਾ ਜੋ ਇੱਕ ਵਹਿਮ ਆ ਗਿਆ ਹੈ। ਹਾਸ਼ਮ ਵੇਖ ਕਿਹੇ ਦਿਨ ਆਏ ਕੰਡ ਬਲੋਚ ਬਲਾਈ। ਅਸਲ ਦੇ ਵਿੱਚ ਉਸਦੀ ਮਾਂ, ਹਾਸ਼ਮ ਸ਼ਾਹ ਕਹਿ ਰਿਹਾ ਹੈ ਕਿ ਸੱਸੀ ਦੀ ਮਾਂ ਉਸ ਨੂੰ ਕਹਿ ਰਹੀ ਕਿ ਵੇਖ ਇਹ ਤੇਰੀ ਜ਼ਿੰਦਗੀ ਦੇ ਵਿੱਚ ਕਿਹੋ ਜਿਹੇ ਦਿਨ ਆਏ ਹਨ, ਔਰ ਇਹ ਦਿਨ ਲਿਆਉਣ ਵਾਲੇ ਕੌਣ ਹਨ? ਬਲੋਚ ਸੱਸੀ ਦੇ ਭਰਾ, ਪੁੰਨੂੰ ਦੇ ਭਰਾ, ਜੋ ਕਿ ਕੰਡ, ਜੋ ਕਿ ਬੜੇ ਧੋਖੇਬਾਜ਼ ਅਤੇ ਬੇਈਮਾਨ ਨਿਕਲੇ ਹਨ। ਬਲਾ ਦਾ ਭਾਵ ਮੁਸੀਬਤ ਦਾ ਰੂਪ ਧਾਰਨ ਕਰਕੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹਾਜ਼ਰ ਹੋਏ ਹਨ। ਸੱਸੀ ਮੋੜ ਜਵਾਬ ਮਾਂ ਨੂੰ ਕਰ ਦੁੱਖ ਵੈਣ ਸੁਣਾਏ। ਸੱਸੀ ਜੋ ਹੈ ਪਰਤ ਕੇ ਆਪਣੀ ਮਾਂ ਨੂੰ ਜਵਾਬ ਦਿੰਦੀ ਹੈ, ਔਰ ਆਪਣੀ ਮਨੋਸਥਿਤੀ ਨੂੰ ਜੋ ਹੈ ਵੈਣ ਭਾਵ ਬੜੀ ਹੀ ਕਰੁਣ ਅਵਸਥਾ ਦੇ ਵਿੱਚ, ਕਰੁਣ ਸ਼ਬਦਾਂ ਦੇ ਵਿੱਚ ਬਿਆਨ ਕਰਦੀ ਹੈ। ਮਸਤ ਬੇਹੋਸ਼ ਪੁੰਨੂੰ ਵਿੱਚ ਮਹਿਮਲ ਪਾਏ ਬਲੋਚ ਸਦਾਏ। ਕੀ ਕਹਿ ਰਹੀ ਹੈ ਕਿ ਪੁੰਨੂੰ ਜੋ ਹੈ ਉਹ ਤਾਂ ਬੇਹੋਸ਼ੀ ਦੇ ਆਲਮ ਦੇ ਵਿੱਚ ਸੀ, ਉਹ ਬੇਹੋਸ਼ੀ ਦੇ ਆਲਮ ਦੇ ਵਿੱਚ ਪਏ ਪੁੰਨੂੰ ਨੂੰ ਚੁੱਕ ਕੇ ਪਾਲਕੀ ਭਾਵ ਮਹਿਮਲ ਦੇ ਵਿੱਚ ਲੈ ਕੇ ਚੋਰੀ ਚਲੇ ਗਏ ਹਨ।
ਜੋ ਕੁਛ ਹੋਸ਼ ਹੁੰਦੀ ਸ਼ਹਿਜ਼ਾਦੇ ਬਾਝ ਸੱਸੀ ਕਦ ਜਾਏ। ਦੱਸ ਰਹੀ ਹੈ ਕਿ ਜੇਕਰ ਪੁੰਨੂੰ ਨੂੰ ਕੁਝ ਹੋਸ਼ ਹੁੰਦੀ ਸ਼ਹਿਜ਼ਾਦੇ ਭਾਵ ਪੁੰਨੂੰ ਨੂੰ, ਤੇ ਉਹ ਸੱਸੀ ਤੋਂ ਬਿਨਾਂ ਕਦੇ ਵੀ ਵਾਪਸ ਪਰਤਣ ਦੀ ਕੋਸ਼ਿਸ਼ ਨਾ ਕਰਦਾ। ਹਾਸ਼ਮ ਲੇਖ ਲਿਖੇ ਸੋ ਵਾਚੇ ਛੋੜ ਮੇਰਾ ਲੜ ਮਾਏ। ਇਸ ਤਰ੍ਹਾਂ ਹਾਸ਼ਮ ਸ਼ਾਹ ਕਹਿ ਰਿਹਾ ਕਿ ਸੱਸੀ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਮਾਂ ਤੂੰ ਮੇਰਾ ਰਾਹ ਛੱਡ, ਮੇਰਾ ਖਹਿੜਾ ਛੱਡ, ਮੇਰਾ ਪਿੱਛਾ ਛੱਡ, ਕਿਉਂਕਿ ਜੋ ਹੋਣਾ ਸੀ ਸ਼ਾਇਦ ਰੱਬ ਨੂੰ ਇਹੀ ਮਨਜ਼ੂਰ ਹੈ। ਲੇਖ ਲਿਖੇ ਸੋ ਵਾਚੇ, ਜੋ ਮੇਰੀ ਕਿਸਮਤ ਵਿੱਚ ਲਿਖਿਆ ਸੀ ਉਹੀ ਕੁਝ ਵਾਪਰ ਰਿਹਾ ਹੈ। ਆ ਮੁੜ ਜਾ ਨਹੀਂ ਜੇ ਤੋਹ ਵੱਲ ਪ੍ਰੀਤ ਪੁੰਨੂੰ ਦੀ ਐਸੀ। ਪਰ ਫਿਰ ਉਸਦੀ ਮਾਂ ਸਮਝਾ ਰਹੀ ਹੈ ਸੱਸੀ ਨੂੰ ਕਿ ਤੂੰ ਵਾਪਸ ਪਰਤਿਆ ਜਾ ਨਹੀਂ, ਉਸਦਾ ਪਿੱਛਾ ਨਾ ਕਰ, ਕਿਉਂਕਿ ਜੇਕਰ ਤੇਰੇ ਸ਼ਬਦਾਂ ਅਨੁਸਾਰ ਪੁੰਨੂੰ ਦਾ ਕੋਈ ਕਸੂਰ ਨਹੀਂ ਹੈ, ਪੁੰਨੂੰ ਨੂੰ ਜ਼ਬਰਦਸਤੀ ਲੈ ਕੇ ਗਏ ਹਨ, ਜੇਕਰ ਪੁੰਨੂੰ ਦੀ ਪ੍ਰੀਤ ਤੇਰੇ ਪ੍ਰਤੀ ਸੱਚੀ ਸੁੱਚੀ ਹੈ ਤਾਂ ਮਸਤ ਬੇਹੋਸ਼ ਨਾ ਰਹਿਸੀ ਮੂਲੇ, ਤਾਂ ਉਸਨੇ ਕੋਈ ਸਦਾ ਲਈ ਬੇਹੋਸ਼ੀ ਦੇ ਆਲਮ ਵਿੱਚ ਨਹੀਂ ਗੁਆਚਿਆ ਰਹਿਣਾ, ਅੰਤ ਸਮੇਂ ਸੁਖ ਲੈਸੀ। ਆਖਿਰ ਤਾਂ ਉਹਨੂੰ ਹੋਸ਼ ਆਵੇਗੀ ਵਾਪਸ, ਆਪੇ ਵੇਖ ਹਵਾਲਤ ਤੇਰੀ ਜਾਗ ਲਹੀ ਮੁੜ ਪੈਸੀ। ਅਤੇ ਫਿਰ ਜਦੋਂ ਉਸਨੂੰ ਅਹਿਸਾਸ ਹੋਇਆ, ਜਦੋਂ ਉਹਨੂੰ ਹੋਸ਼ ਪਰਤੇ, ਤਾਂ ਉਹ ਵਾਪਸ ਜ਼ਰੂਰ ਪਰਤੇਗਾ ਤੇਰੀ ਖਬਰਸਾਰ ਲੈਣ ਦੇ ਲਈ। ਹਾਸ਼ਮ ਬਾਜ ਦੋਵੇਂ ਦਿਲ ਮਿਲਿਆਂ ਚਾੜ ਲੱਗੇ ਮਨ ਕੈਸੀ। ਇਸ ਤਰ੍ਹਾਂ ਹਾਸ਼ਮ ਸ਼ਾਹ ਕਹਿ ਰਿਹਾ ਹੈ ਕਿ ਸੱਸੀ ਦੀ ਮਾਂ ਸੱਸੀ ਨੂੰ ਸਮਝਾ ਰਹੀ ਹੈ ਕਿ ਇਹ ਇੱਕ ਤਰਫਾ ਪ੍ਰੀਤ ਨਹੀਂ ਹੈ, ਇਹ ਦੋ ਤਰਫੀ ਭਾਵ ਦੋਹਾਂ ਦਿਲਾਂ ਦੇ ਵਿੱਚ ਪ੍ਰੀਤ ਦੇ ਜੇਕਰ ਸੱਚੇ ਭਾਵ ਹਨ ਤਾਂ ਇਹ ਜੋ ਹੈ ਮਨਾਂ ਦਾ ਸੰਬੰਧ ਹੈ। ਇਹ ਜਿਹੜੀ ਲਗਨ ਲੱਗੀ ਹੈ ਦੋਹਾਂ ਦਿਲਾਂ ਦੇ ਵਿੱਚ, ਇਹ ਹਾਸ਼ਮ ਬਾਜ ਦੋਵੇਂ ਦਿਲ ਮਿਲਿਆਂ ਚਾਟ ਲੱਗਿਆ ਮਨ ਕੈਸੀ। ਇਹ ਜੋ ਹੈ ਦੋਵੇਂ ਦਿਲ ਮਿਲ ਕੇ ਹੀ ਰਹਿਣਗੇ, ਇਸ ਲਈ ਤੂੰ ਥੋੜ੍ਹਾ ਹੌਸਲਾ ਕਰ। ਮਾਏ ਸੰਗਤ ਜੰਜੀਰ ਬਲੋਚਾਂ ਹੋਤ ਪੁੰਨੂੰ ਨੂੰ ਪਾਏ। ਪਰ ਸੱਸੀ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਹੇ ਮਾਂ, ਕਿ ਉਹ ਬਲੋਚ ਭਾਵ ਜੋ ਪੁੰਨੂੰ ਦੇ ਭਰਾ ਹਨ, ਜੇਕਰ ਉਸਨੂੰ ਰਾਤ ਦੇ ਹਨੇਰੇ ਵਿੱਚ ਚੁੱਕ ਕੇ ਲੈ ਗਏ ਹਨ ਅਤੇ ਇਹਦਾ ਮਤਲਬ ਉਹ ਉਸਨੂੰ ਵਾਪਸ ਪਰਤਣ ਨਹੀਂ ਦੇਣਗੇ। ਉਹਨਾਂ ਨੇ ਬੜੇ ਸਖਤ ਜੰਜੀਰਾਂ ਦੇ ਵਿੱਚ ਉਸਨੂੰ ਬੰਨ੍ਹਿਆ ਹੋਵੇਗਾ। ਹੋਤ ਪੁੰਨੂੰ ਨੂੰ ਪਾਏ ਕਦ ਉਹ ਮੁੜਨ ਪਿਛਾਹਾਂ ਦਿੰਦੇ ਐਡ ਕੁਕਰਮੀ ਆਏ। ਉਹ ਉਸਨੂੰ ਕਿਸੇ ਵੀ ਕੀਮਤ 'ਤੇ ਵਾਪਸ ਨਹੀਂ ਪਰਤਣ ਦੇਣਗੇ, ਕਿਉਂਕਿ ਉਹ ਬੜੇ ਕੁਕਰਮੀ ਲੋਕ ਹਨ, ਭਾਵ ਉਹ ਮਾੜੇ ਆਚਰਨ ਵਾਲੇ ਹਨ, ਮਾੜੇ ਕਰਮ ਕਰਨ ਵਾਲੇ ਭੈੜੇ ਲੋਕ ਹਨ। ਸ਼ਾਲਾ ਰਹਿਣ ਖਰਾਬ ਹਮੇਸ਼ਾ ਦੁਖੀਏ ਆਣ ਦੁਖਾਏ। ਫਿਰ ਉਹਨਾਂ ਨੂੰ ਬਦਦੁਆ ਕਰਦੀ ਹੈ ਕਿ ਰੱਬ ਕਰੇ ਸ਼ਾਲਾ ਰਹਿਣ ਖਰਾਬ ਹਮੇਸ਼ਾ, ਕਿ ਉਹ ਵੀ ਸਦਾ ਇਸ ਸੰਸਾਰ ਦੇ ਵਿੱਚ ਦੁਖੀ ਹੀ ਰਹਿਣ, ਜਿਨ੍ਹਾਂ ਨੇ ਸਾਨੂੰ ਦੋ ਸੱਚੇ ਪ੍ਰੇਮੀਆਂ ਨੂੰ ਜੋ ਮਿਲਾਉਣ ਦਾ ਇਹ ਕਦਮ ਚੁੱਕਿਆ ਹੈ। ਹਾਸ਼ਮ ਕੇਤਕ ਬਾਤ ਸੱਸੀ ਨੂੰ ਜੇ ਰੱਬ ਯਾਰ ਮਿਲਾਏ। ਫਿਰ ਹਾਸ਼ਮ ਸ਼ਾਹ ਕਹਿ ਰਿਹਾ ਕਿ ਸੱਸੀ ਆਪਣੀ ਮਾਂ ਨੂੰ ਕਹਿ ਰਹੀ ਹੈ ਕਿ ਇਹ ਕੇਤਕ ਭਾਵ ਇਹ ਕੋਈ ਵੱਡੀ ਗੱਲ ਨਹੀਂ ਹੈ, ਜੇਕਰ ਰੱਬ ਰਹਿਮਤ ਕਰੇ ਤਾਂ ਜੋ ਹੈ ਸੱਸੀ ਅਤੇ ਪੁੰਨੂੰ ਦਾ ਜੋ ਹੈ ਮੇਲ ਹੋ ਸਕਦਾ ਹੈ, ਭਾਵ ਸੱਸੀ ਦੀ ਜ਼ਿੰਦਗੀ ਦੇ ਵਿੱਚ ਪੁੰਨੂੰ ਵਾਪਸ ਪਰਤ ਸਕਦਾ ਹੈ। ਕਿਵੇਂ? ਜੇਕਰ ਕੇਤਕ ਬਾਤ ਸੱਸੀ ਨੂੰ ਜੇ ਰੱਬ ਯਾਰ ਮਿਲਾਏ। ਇਹ ਕੋਈ ਰੱਬ ਚਾਹੇ ਤਾਂ ਕੁਝ ਵੀ ਹੋ ਸਕਦਾ ਹੈ, ਇਹ ਕੋਈ ਵੱਡੀ ਗੱਲ ਨਹੀਂ ਹੈ ਕਿ ਉਹ ਵਾਪਸ ਪੁੰਨੂੰ ਨੂੰ ਜੋ ਹੈ ਸੱਸੀ ਦੇ ਕੋਲ ਭੇਜ ਦੇਵੇ। ਦਿਲ ਦੀ ਬਾਤ ਸਮਝ ਸੁਣ ਧੀਏ ਕਰ ਕੁਝ ਹੋਸ਼ ਟਿਕਾਣੇ। ਭਾਵ ਸੱਸੀ ਦੀ ਮਾਂ ਜੋ ਹੈ ਉਸਨੂੰ ਫਿਰ ਸਮਝਾ ਰਹੀ ਹੈ ਕਿ ਦਿਲ ਦੀ ਬਾਤ ਸਮਝ ਸੁਣ ਧੀਏ ਕਰ ਕੁਝ ਹੋਸ਼ ਟਿਕਾਣੇ। ਤੂੰ ਬਿਲਕੁਲ ਆਪਣੇ ਦਿਲ ਦੇ ਪਿੱਛੇ ਹੀ ਨਾ ਲੱਗ, ਤੂੰ ਸਾਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ, ਆਪਣੀ ਸੁਰਤ ਤੋਂ ਹੋਸ਼ੋ ਹਵਾਸ ਤੋਂ ਕੰਮ ਲੈ। ਯਾਰੀ ਕਰਨ ਮੁਹਾਲ ਬਦੇਸੀ ਕੀ ਜਾਣਨ ਬਾਲ ਇਆਣੇ। ਕਿ ਪ੍ਰੇਮ ਦੇ ਰਾਹ 'ਤੇ ਚੱਲਣਾ ਜੋ ਕਿ ਬਹੁਤ ਹੀ ਮੁਹਾਲ ਭਾਵ ਬੜਾ ਵਿਖੜਾ ਰਾਹ ਹੈ, ਬਹੁਤ ਮੁਸ਼ਕਿਲਾਂ ਹਨ ਇਸ ਰਾਹ ਦੇ ਉੱਤੇ, ਸਮਾਜ ਦੁਆਰਾ ਵੀ ਪੈਦਾ ਕੀਤੀਆਂ ਜਾਂਦੀਆਂ ਹਨ। ਪਰ ਜਿਨ੍ਹਾਂ ਰਾਹਾਂ 'ਤੇ ਤੂੰ ਚੱਲੀ ਹੈ ਉਹ ਇੱਕ ਵਿਦੇਸੀ ਦੇ ਨਾਲ ਜੋ ਹੈ ਪ੍ਰੇਮ ਸੰਬੰਧ ਕਾਇਮ ਕਰਨਾ ਇਹ ਹੋਰ ਵੀ ਔਖਾ ਹੈ। ਕੀ ਜਾਣਨ। ਅਤੇ ਤੀਸਰੀ ਜਿਹੜੀ ਸਭ ਤੋਂ ਵੱਡੀ ਗੱਲ ਹੈ, ਤੇਰੀ ਉਮਰ ਜਿਹੜੀ ਹੈ ਅਜੇ ਨਿਆਣੀ ਹੈ, ਭਾਵ ਤੂੰ ਜੀਵਨ ਦੇ ਜਿਸ ਪੜਾਅ 'ਤੇ ਹੈ ਅਜੇ ਤੈਨੂੰ ਇੰਨੀ ਸਮਝ ਨਹੀਂ ਹੈ, ਹਰ ਗੱਲ ਦਾ ਗਿਆਨ ਨਹੀਂ ਹੈ, ਇਸ ਲਈ ਤੂੰ ਬਹੁਤ ਹੀ ਔਖੇ ਰਾਹਾਂ 'ਤੇ ਮੁਸ਼ਕਿਲ ਭਰੀਆਂ ਰਾਹਾਂ 'ਤੇ ਤੁਰ ਪਈ ਹੈ। ਇਹ ਰਾਹ ਇੰਨੇ ਸੁਖਾਲੇ ਨਹੀਂ ਹਨ ਔਰ ਇੰਨੀ ਆਸਾਨੀ ਦੇ ਨਾਲ ਇਹਨਾਂ ਤੱਕ ਪਹੁੰਚਣਾ ਜੋ ਹੈ ਉਹ ਤੇਰੇ ਵੱਸ ਦੀ ਗੱਲ ਨਹੀਂ ਹੈ। ਭਾਵ ਇਹਦੇ ਵਿੱਚ ਤੇਰੀ ਸਮਝ ਦਾ, ਤੇਰੀ ਬੁੱਧੀ ਦਾ ਕਸੂਰ ਹੈ, ਕਿਉਂਕਿ ਤੂੰ ਜਿਸ ਰਾਹ 'ਤੇ ਤੁਰ ਪਈ ਹੈ ਇਹ ਅਣਜਾਣੀ ਉਮਰ ਦੇ ਵਿੱਚ ਇੰਨੇ ਵੱਡੇ ਕਦਮ ਚੁੱਕ ਲੈਣਾ ਬਹੁਤ ਵੱਡੀ ਗੱਲ ਹੈ। ਬਾਝ ਪਿਆਰ ਚੁਰਾਏ ਖੜੇ ਕਿਨ ਆਦਮ ਰੂਪ ਸਿਆਣੇ। ਫਿਰ ਉਸਨੂੰ ਕਹਿ ਰਹੀ ਹੈ ਕਿ ਪੁੰਨੂੰ ਦੇ ਭਰਾਵਾਂ ਦਾ ਵੀ ਇਸ ਦੇ ਵਿੱਚ ਕੋਈ ਕਸੂਰ ਨਹੀਂ ਹੈ।
ਪਹਿਲੀ ਗੱਲ ਤਾਂ ਜੋ ਹੈ ਉਹਨਾਂ ਨੇ ਵੀ ਉਸ ਨੂੰ ਪਿਆਰ ਦੇ ਵੱਸ ਹੀ ਇੱਥੋਂ ਚੁਰਾ ਕੇ ਲੈ ਕੇ ਗਏ ਹਨ, ਕਿਉਂਕਿ ਬਾਜ਼ ਪਿਆਰ ਚੁਰਾਏ ਖੜੇ ਕਨ, ਕੋਈ ਕਿਸੇ ਨੂੰ ਜੋ ਹੈ ਬਿਨਾਂ ਪਿਆਰ ਤੋਂ ਜੋ ਹੈ ਧੱਕੇ ਨਾਲ ਨਹੀਂ ਲੈ ਜਾ ਸਕਦਾ। ਸਮਝਣ ਵਾਲੀ ਗੱਲ ਹੈ ਕਿ ਸਿਆਣਾ ਬੰਦਾ ਜਿਹੜਾ ਹੈ ਉਹ ਕਦੇ ਵੀ ਉਸ ਦੇ ਨਾਲ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਜਾ ਸਕਦੀ। ਹਾਸ਼ਮ ਨਹੀਂ ਵਿਚਾਰ ਬਲੋਚਾਂ ਕੀ ਸਿਰ ਦੋਸ਼ ਬੇਗਾਨੇ, ਇਸ ਦੇ ਵਿੱਚ ਉਹਨਾਂ ਬਲੋਚਾਂ ਦਾ ਭਾਵ ਪੁੰਨੂੰ ਦੇ ਭਰਾਵਾਂ ਦਾ ਵੀ ਕੋਈ ਕਸੂਰ ਨਹੀਂ ਹੈ। ਅਸਲ ਦੇ ਵਿੱਚ ਉਹਨਾਂ ਨੇ ਵੀ ਵੱਡੇ ਭਰਾ ਹੋਣ ਦੇ ਨਾਤੇ ਆਪਣੇ ਛੋਟੇ ਭਰਾ ਨੂੰ ਸਹੀ ਰਸਤੇ 'ਤੇ ਤੋਰਨ ਦੇ ਲਈ ਜੋ ਹੈ ਆਪਣਾ ਫਰਜ਼ ਨਿਭਾਇਆ ਹੈ। ਉਹ ਵੀ ਇਸ ਗੱਲ ਨੂੰ ਸਮਝਦੇ ਹਨ। ਇਹ ਅਸਲ ਦੇ ਵਿੱਚ ਉਹਨਾਂ ਦੇ ਸਿਰ ਦੇ ਉੱਤੇ ਇੰਨਾ ਵੱਡਾ ਦੋਸ਼ ਲੱਗਣਾ ਸੀ, ਇਹ ਉਹਨਾਂ ਦੀ ਕਿਸਮਤ ਕਹਿ ਲਵੋ। ਸੱਸੀ ਦੀ ਮਾਂ ਅਸਲ ਦੇ ਵਿੱਚ ਸੱਸੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਪੁੰਨੂੰ ਦੇ ਭਰਾ ਜੇਕਰ ਪੁੰਨੂੰ ਨੂੰ ਲੈ ਕੇ ਗਏ ਹਨ ਤਾਂ ਉਹਦੇ ਵਿੱਚ ਉਹਨਾਂ ਨੇ ਆਪਣੇ ਛੋਟੇ ਭਰਾ ਦੇ ਪ੍ਰਤੀ ਜੋ ਪਿਆਰ ਦੇ ਭਾਵ ਪ੍ਰਗਟਾਏ ਹਨ, ਉਸ ਦੇ ਪ੍ਰਤੀ ਆਪਣੀ ਜ਼ਿੰਮੇਦਾਰੀ ਨੂੰ ਹੀ ਨਿਭਾਇਆ ਹੈ। ਇਸ ਦੇ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ ਹੈ ਅਸਲ ਦੇ ਵਿੱਚ। ਇਸ ਤਰ੍ਹਾਂ ਕਿਉਂਕਿ ਸੱਸੀ ਪੁੰਨੂੰ ਦਾ ਕਿੱਸਾ ਜੋ ਹੈ ਬਹੁਤ ਲੰਬਾ ਹੈ। ਅੱਜ ਅਸੀਂ 5ਵੀਂ ਵੀਡੀਓ ਦਾ ਜੋ ਹੈ ਲੈਕਚਰ ਤੁਹਾਡੇ ਤੱਕ ਪੇਸ਼ ਕੀਤਾ ਹੈ। ਅਗਲਾ ਲੈਕਚਰ ਲੈ ਕੇ ਦੁਬਾਰਾ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ। ਔਰ ਇਸ ਲੈਕਚਰ ਬਾਰੇ, ਇਸ ਵੀਡੀਓ ਬਾਰੇ ਜੋ ਵੀ ਤੁਹਾਡੇ ਵਿਚਾਰ ਹੋਣ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਦੇ ਰਹਿਣਾ। ਇਸ ਗੱਲ ਦਾ ਇੰਤਜ਼ਾਰ ਰਹੇਗਾ ਕਿ ਤੁਹਾਨੂੰ ਇਹ ਲੈਕਚਰ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ। ਸਾਹਿਤਕ ਸੱਥ ਚੈਨਲ ਦੁਆਰਾ ਕੀਤਾ ਗਿਆ ਉਪਰਾਲਾ ਜੋ ਹੈ ਉਹ ਤੁਹਾਡੇ ਲਈ ਕਿੰਨਾ ਕੁ ਫਾਇਦੇਮੰਦ ਸਾਬਿਤ ਹੋ ਰਿਹਾ ਹੈ, ਇਸ ਬਾਰੇ ਜ਼ਰੂਰ ਕਮੈਂਟ ਕਰਨਾ। ਧੰਨਵਾਦ।